सत श्री अकाल सारिਆਂ ਨੂੰ मैं हाँ नवनीत फतेह.com ਤੇ ਤੁਹਾਡਾ ਸਵਾਗਤ ਹੈ। ਸੋ ਜਿਵੇਂ ਕਿ ਮੈਂ ਟੈਲੀਗ੍ਰਾਮ ਤੇ ਹਮੇਸ਼ਾ ਹੀ ਤੁਹਾਨੂੰ ਪਹਿਲਾਂ ਹੀ ਟੌਪਿਕ ਜਿਹੜਾ ਐਡਵਾਂਸ ਦੇ ਵਿੱਚ ਦੇ ਦਿੰਨੀ ਆ, ਠੀਕ ਹੈ। ਸੋ ਅੱਜ ਦਾ ਜਿਹੜਾ ਸੀਗਾ 12 ਦਸੰਬਰ ਦਾ ਟੌਪਿਕ ਮੈਂ ਤੁਹਾਨੂੰ ਦਿੱਤਾ ਸੀਗਾ ਕਿ ਆਪਾਂ ਜਿਹੜਾ ਆ ਇਨਵੇਜਨ ਆਫ ਯੂਰੋਪੀਅਨਸ ਤੋਂ ਲੈ ਕੇ ਤੇ ਟੈਲ ਰਿਵੋਲਟ ਆਫ 1857 ਤੱਕ ਦੇ ਐਮਸੀਕਿਊਜ਼ ਕਵਰ ਕਰਾਂਗੇ। ਨੈਕਸਟ ਜਿਹੜਾ ਟਿਊਜ਼ਡੇ ਹੋਊਗਾ ਉਹਦੇ ਵਿੱਚ ਸਿਲੇਬਸ ਜੋ ਹੈ ਉਹ ਮੈਂ ਪਹਿਲਾਂ ਹੀ ਟੈਲੀਗ੍ਰਾਮ ਚੈਨਲ ਦੇ ਵਿੱਚ ਸ਼ੇਅਰ ਕਰਤਾ ਹੈ। ਡੇ ਵਾਈਜ਼ ਜਿਹੜਾ ਹਰ ਸਬਜੈਕਟ ਦਾ, ਜਿਵੇਂ ਕੱਲ ਹੁਣ ਪੋਲਿਟੀ ਇਸ਼ੂਜ਼ ਨੇ ਤੇ ਸਾਰੇ ਹੀ ਸਬਜੈਕਟਸ ਦਾ ਸਿਲੇਬਸ ਜਿਹੜਾ ਟੈਲੀਗ੍ਰਾਮ 'ਚ ਸ਼ੇਅਰ ਕਰ ਦਿੱਤਾ ਜਾਂਦਾ ਐਡਵਾਂਸ ਦੇ ਵਿੱਚ। ਅਗਰ ਤੁਸੀਂ ਉਹ ਨਾਲ ਕਰਦੇ ਹੋ, ਸਿਲੇਬਸ ਕਵਰ ਕਰਦੇ ਹੋ, ਠੀਕ ਹੈ, ਤੇ ਤੁਹਾਡਾ ਜਿਹੜਾ ਹੈ ਮਤਲਬ ਬਹੁਤ ਜ਼ਿਆਦਾ ਚਾਂਸਿਸ, ਤੁਹਾਨੂੰ ਖੁਦ ਵੀ ਪਤਾ ਲੱਗੂਗਾ ਕਿ ਅਸੀਂ ਕਿੱਥੇ ਸਟੈਂਡ ਕਰਦੇ ਪਏ ਹਾਂ, ਠੀਕ ਹੈ। ਤੇ ਜਿੱਥੇ ਜਿੱਥੇ ਬੰਦੇ ਦਾ ਵੀਕ ਪੁਆਇੰਟ ਹੁੰਦਾ ਫਿਰ ਉੱਥੇ ਉਹ ਟਾਈਮ ਰਹਿੰਦੇ ਆ ਕੰਮ ਕਰ ਲੈਂਦਾ ਹੈ। ਸੋ ਫਸਟ ਕੁਐਸਚਨ ਜਿਹੜਾ ਅੱਜ ਦਾ ਹੈਗਾ ਦੈਟ ਇਜ਼ ਹੂ ਇਜ਼ ਰਿਮੈਂਬਰਡ ਇਨ ਇੰਡੀਆ ਬਾय ਦ ਨੇਮ ਆਫ ਗੱਦਾਰੇ ਹਿੰਦ ਔਰ ਟ੍ਰੇਟਰ ਆਫ ਇੰਡੀਆ। ਭਾਰਤ ਦਾ ਗੱਦਾਰ ਕਿਹਨੂੰ ਕਿਹਾ ਜਾਂਦਾ ਹੈ? ਮੈਨੂੰ ਪੈਨ ਦਾ ਕਲਰ ਚੇਂਜ ਕਰ ਲੈਂਦੇ ਹਾਂ, ਠੀਕ ਹੈ, ਰੈੱਡ ਕਲਰ ਕਰ ਲੈਂਦੇ ਹਾਂ ਸੋ ਈਜ਼ੀ ਰਹਿੰਦਾ। ਸੋ ਭਾਰਤ ਦਾ ਗੱਦਾਰ ਦੇ ਨਾਮ ਨਾਲ ਕਿਹਨੂੰ ਯਾਦ ਕੀਤਾ ਜਾਂਦਾ ਹੈ, ਠੀਕ ਹੈ। ਸੋ ਇਹਦੇ ਵਿੱਚ ਅਗਰ ਮੀਰ ਜਾਫਰ, ਠੀਕ ਹੈ, ਧੋਖਾ ਨਾ ਕਰਦਾ, ਕਲਾਈਦ ਨਾਲ ਨਾ ਮਿਲਦਾ ਤੇ ਅੱਜ ਇਤਿਹਾਸ ਕੁਝ ਹੋਰ ਹੁੰਦਾ। ਸੋ ਇਹ ਬੜੀ ਵਾਰੀ ਕਹਿ ਦਿੰਦੇ ਆ, ਈਵਨ ਜਦੋਂ ਦਾਰਾ ਸ਼ਿਕੋ ਦੇ ਟਾਈਮ ਦੀ ਮੈਂ ਹਿਸਟਰੀ ਤੁਹਾਨੂੰ ਸਾਰੀ ਪੜ੍ਹਾਈ ਹੋਈ ਹੈ YouTube ਦੇ ਉੱਤੇ, ਠੀਕ ਹੈ, ਇੰਡੀਅਨ ਹਿਸਟਰੀ, ਏਂਸ਼ੀਅੰਟ, ਮਿਡੀਵਲ, ਮਾਡਰਨ, ਉਦੋਂ ਮੈਂ ਤੁਹਾਨੂੰ ਕਹਿੰਦੀ ਸੀਗੀ ਵੀ ਜਦੋਂ ਦਾਰਾ ਸ਼ਿਕੋ ਦੇ ਨਾਲ ਗੱਦਾਰੀ ਹੋਈ ਸੀਗੀ, ਅਗਰ ਉਹ ਰਾਜਾ ਬਣ ਜਾਂਦਾ, ਠੀਕ ਹੈ, ਜਿਵੇਂ ਉਹਦੇ ਪਿਓ ਨੇ ਚਾਹਿਆ ਸੀ ਕਿ ਉਹ ਬਣੇ, ਪਰ ਉਹ ਨਹੀਂ ਬਣ ਪਾਇਆ ਨਾ, ਤੇ ਫਿਰ ਹਿਸਟਰੀ ਕੁਝ ਹੋਰ ਹੁੰਦੀ। ਸੋ ਮਤਲਬ ਹਿਸਟਰੀ ਤਾਂ ਜੋ ਰਹਿਣੀ ਹੈ, ਬਟ ਚਲੋ ਐਨੀ ਹੋ। So the answer is A, Mir Jafar. Question 2. Much pleased with the services of two doctors, John Sermon and Dr. William Hamilton, which emperor granted the company the privileges of free trade throughout Bengal, Bihar and Odisha. So ਇਹਦੇ ਵਿੱਚ ਸਭ ਨੂੰ ਹੀ ਪਤਾ, ਬੜਾ ਹੀ ਕਾਮਨ ਜਿਹਾ ਕੁਐਸਚਨ ਆ, ਠੀਕ ਹੈ। ਸਿਰਫ ਦੋ ਬਿਮਾਰ ਹੋ ਗਿਆ ਸੀਗਾ ਰਾਜਾ, ਜਿਹਦੇ ਕਰਕੇ ਉਹਨੇ ਜਿਹੜੇ ਆ ਸ਼ਾਹੀ ਫਰਮਾਨ ਦੇ ਦਿੱਤੇ ਬ੍ਰਿਟਿਸ਼ ਕੰਪਨੀ ਨੂੰ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ, ਕਿ ਤੁਸੀਂ ਜਿਹੜਾ ਆ ਬੰਗਾਲ, ਬਿਹਾਰ ਤੇ ਉੜੀਸਾ ਦੇ ਵਿੱਚ ਵਿਸ਼ੇਸ਼ ਤਰ੍ਹਾਂ ਦੇ ਅਧਿਕਾਰ ਉਹਨਾਂ ਨੂੰ ਦੇ ਦਿੱਤੇ ਕਿ ਉਹ ਟ੍ਰੇਡ ਕਰ ਸਕਦੇ ਆ। ਸੋ ਉਹ ਬਾਦਸ਼ਾਹ ਸੀਗਾ ਫਾਰੂਕ ਸਿਆਰ, ਠੀਕ ਹੈ ਜੀ, ਫਾਰੂਕ ਸਿਆਰ। ਔਰ ਫਾਰੂਕ ਸਿਆਰ ਨੇ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰਵਾਇਆ ਸੀਗਾ। ਈਵਨ ਤੁਹਾਨੂੰ ਕੁਐਸਚਨ ਆ, ਠੀਕ ਹੈ। ਨੈਕਸਟ ਕੁਐਸਚਨ ਹੈ ਅਬਾਊਟ ਵਿਚ ਬੈਟਲ ਡਿਡ ਮੈਲਿਸਨ ਰਾਈਟ। ਕਿਸ ਲੜਾਈ ਦੇ ਬਾਰੇ ਮੈਲਿਸਨ ਕਹਿੰਦਾ ਆ ਕਿ देयर नेवर वाज अ बैटल in which the consequences were so vast, so immediate and so permanent। ਇੱਥੇ ਕਦੀ ਵੀ ਕੋਈ ਲੜਾਈ ਨਹੀਂ ਸੀ ਜਿਸ ਦੇ ਨਤੀਜੇ ਇੰਨੇ ਵਿਸ਼ਾਲ, ਇੰਨੇ ਤੁਰੰਤ ਤੇ ਇੰਨੇ ਸਥਾਈ ਹੋਣ। ਸੋ ਕਿਸ ਬੈਟਲ ਦੇ ਬਾਰੇ ਕਿਹਾ ਗਿਆ ਆ? ਸੋ ਇਹ ਕਿਹਾ ਗਿਆ ਆ ਬੈਟਲ ਆਫ ਪਲਾਸੀ ਦੇ ਬਾਰੇ, ਠੀਕ ਹੈ ਜੀ। ਬੈਟਲ ਆਫ ਪਲਾਸੀ ਜਿਹੜੀ ਹੈ 1757 ਦੇ ਵਿੱਚ ਹੋਈ ਸੀਗੀ। नेक्स्ट है ड्यूल सिस्टम ऑफ एडमिनिस्ट्रेशन वाज इंट्रोड्यूस्ड बाय whom। सो ड्यूल ਜਿਹੜਾ सिस्टम ਸੀਗਾ ਦੋਹਰੀ ਪ੍ਰਸ਼ਾਸਨ ਪ੍ਰਣਾਲੀ, ਸੋ ਕਿਸ ਦੁਆਰਾ ਸ਼ੁਰੂ ਕੀਤੀ ਗਈ ਸੀਗੀ, ਜਿਹਦੇ ਵਿੱਚ ਨਿਜ਼ਾਮਤ ਤੇ ਦੀਵਾਨੀ ਰਾਈਟਸ ਜਿਹੜੇ ਆ ਡਾਇਰੈਕਟ ਇੰਡੀਅਨਸ ਨੂੰ ਦਿੱਤੇ ਗਏ ਸੀਗੇ। ਸੋ ਬਟ ਉਹਦੇ ਵਿੱਚ ਐਡਮਿਨਿਸਟ੍ਰੇਸ਼ਨ ਜਿਹੜਾ ਇਨਡਾਇਰੈਕਟਲੀ ਕਰਦੀ ਸੀ ਉਹ ਕੰਪਨੀ ਕਰਦੀ ਸੀ। ਸੋ ਦੈਟ ਵਾਜ ਇੰਟਰੋਡਿਊਸਡ ਬਾय ਰੋਬਰਟ ਕਲਾਈਵ, ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ। ਉਸ ਤੋਂ ਬਾਅਦ ਇਹਨੂੰ ਜਿਹੜਾ ਖਤਮ ਕੀਤਾ ਸੀਗਾ ਉਹ ਕੀਤਾ ਸੀਗਾ ਲਾਰਡ ਵੈਲੇਜ਼ਲੀ ਨੇ। ਇਟ ਵਾਸ ਅਬੋਲਿਸ਼ਡ ਬਾय ਲਾਰਡ ਵੈਲੇਜ਼ਲੀ ਬਟ ਇਟ ਵਾਸ ਇੰਟਰੋਡਿਊਸਡ ਬਾय ਰੋਬਰਟ ਕਲਾਈਵ। ਨੈਕਸਟ ਹੈ ਆਈਡੈਂਟੀਫਾਈ ਕਰੈਕਟ ਸਟੇਟਮੈਂਟ ਅਬਾਊਟ ਵੈਰਨ ਹੇਸਟਿੰਗਸ। ਸੋ ਲਾਰਡ ਵੈਰਨ ਹੇਸਟਿੰਗਸ ਜਿਹੜਾ ਆ ਇਹ ਇੰਡੀਆ ਦਾ, ਸੌਰੀ ਨਾਟ ਇੰਡੀਆ ਦਾ, ਬੰਗਾਲ ਦਾ ਪਹਿਲਾ ਗਵਰਨਰ ਜਨਰਲ ਬਣਿਆ ਸੀਗਾ 1773 ਦਾ ਜਿਹੜਾ ਰੈਗੂਲੇਟਿੰਗ ਐਕਟ ਆਇਆ ਸੀਗਾ ਉਹਦੇ ਤਹਿਤ, ਠੀਕ ਹੈ। ਗਵਰਨਰ ਜਨਰਲ ਬਣਿਆ ਸੀ ਬੰਗਾਲ ਦਾ। ਗਵਰਨਰ ਜਨਰਲ ਇੰਡੀਆ ਦਾ ਜਿਹੜਾ ਬਣਿਆ ਸੀ ਉਹ ਬਣਿਆ ਸੀ ਲਾਰਡ ਵਿਲੀਅਮ ਬੈਂਟਿਕ, ਰਾਈਟ। ਔਰ ਲਾਰਡ ਵਾਈਸਰਾਏ, ਸੌਰੀ ਪਹਿਲਾ ਜਿਹੜਾ ਵਾਈਸਰਾਏ ਬਣਿਆ ਸੀਗਾ 1858 ਐਕਟ ਦੇ ਤਹਿਤ ਉਹ ਬਣਿਆ ਸੀ ਲਾਰਡ ਕੈਨਿੰਗ, ਠੀਕ ਹੈ। ਸੋ ਇਹ ਤਿੰਨੇ ਯਾਦ ਰੱਖ ਲਿਓ, ਲਾਰਡ ਵੈਰਨ ਹੇਸਟਿੰਗਸ ਬੰਗਾਲ ਦਾ, ਵਿਲੀਅਮ ਬੈਂਟਿਕ ਇੰਡੀਆ ਦਾ ਤੇ ਵਾਈਸਰਾਏ ਜਿਹੜਾ ਇੰਡੀਆ ਦਾ ਪਹਿਲਾ ਬਣਿਆ ਕੈਨਿੰਗ। ਸੋ ਇਹਦੇ ਬਾਰੇ ਸਟੇਟਮੈਂਟ ਆਪਾਂ ਸਹੀ ਕਥਨ ਜਿਹੜਾ ਆ ਪਛਾਣਨਾ ਆ। फर्स्ट है ही ट्राई टू कोडिफाई हिंदू एंड मुस्लिम्स लॉ। सो हिंदू ते मुस्लिम कानूनां नूं कोडबद्ध करन दी जिहड़ी पहली कोशिश है ने कीती है। सैकेंड विलियम जॉन्स एंड कोलब्रुक राइट अ बुक डाइजेस्ट ऑफ हिंदूज लॉ इन 1771। जदों एदी टेन्योर सी, एदी टेन्योर दे टाइम ते ही विलियम जॉन्स ते कोलब्रुक ने बुक लिखी सी डाइजेस्ट ऑफ हिंदूज लॉ, हिंदू लॉज, ठीक है। इहनूं कोडिफाई करन दी कोशिश कीती गई हिंदू लॉज नूं। Then next is he founded Shiitic society। Shia ਜਿਹੜੇ ਮੁਸਲਿਮਸ ਹੁੰਦੇ ਨੇ ਉਹਨਾਂ ਦੇ ਰਿਲੇਟਡ Shiitic society of Bengal with the help of William Jones in 1784।
फोर्थ इज ही सप्रेस्ड सन्यासी रिबेलियन। सन्यासी रिबेलियन जिहड़ा स्टार्ट होया सीगा बिफोर द रिवोल्ट ऑफ 1857, ये भी एक रिवोल्ट होया सीगा। इट वाज लेड बाय शाह मंजू एंड शाह मुजा, ठीक है। सो इस रिवोल्ट नूं वैरन हेस्टिंग्स द्वारा सप्रेस किया गया सीगा, जिहड़ा कि इस रिवोल्ट के बारे बाद विच आनंदमात बुक जिहड़ी बैंकिम चंद्र चैटर्जी की बुक सीगी उहदे विच उन्होंने इस रिवोल्ट का जिक्र किया सी, इस रिवोल्ट के जो भी ईवेंट सीगे, और उस बुक तो ही बाद विच वंदे मातरम जिहड़ा सीगा उहदे विच भी लिखिया गया सी। सो फर्स्ट इंग्लिश ट्रांसलेशन जिहड़ी भगवद गीता दी हितोपदेश दी सीगी, इट वाज डन बाय चार्ल्स विल्किंस। इहदे इंस्टेंस ते वैरन हेस्टिंग्स दे कहण ते ही जिहड़ी है पहली इंग्लिश ट्रांसलेशन हुई है भगवद गीता दी हितोपदेश दी। ईवन जिहड़ी भगवद गीता दी इंट्रोडक्शन है, प्रीफेस जिहਨੂੰ ਆਪਾਂ ਕਹਿ ਦਿੰਦੇ ਆ, दैट वाज रिटन बाय वैरन हेस्टिंग्स, ठीक है। सो सारियां ही स्टेटमेंट्स जिहड़ियां ने सही ने। उसने हिंदू ते मुस्लिम कानूनां नूं कोडबद्ध कीता करन दी कोशिश की। विलियम जॉन्स ते कोलब्रुक ने 1777 विच एक किताब डाइजेस्ट ऑफ हिंदू लॉ लिखी। उसने 1784 विच विलियम जॉन्स की मदद नाल बंगाल दी शियाटिक समाज की स्थापना की। उसने शाह मंजू ते शाह मुजा द्वारा सन्यासी बगावत नूं दबाया। भगवद गीता ते हितोपदेश का पहला अंग्रेजी अनुवाद चार्ल्स विल्किंस द्वारा उन्हां दे कहण ते कीता गया, ठीक है। सो सारियां स्टेटमेंट्स जिहड़ियां ने सही ने। नेक्स्ट है who wrote book Anandamath in 1876, which was based on the events of Sannyasi revolt, and in his book Vande Mataram was written. So the right answer is, I have already told you, Bankim Chandra Chatterjee. The option is D. Next is फर्स्ट गवर्नर जनरल ऑफ बंगाल। बंगाल का पहला गवर्नर जनरल कौन बनया सी, ये भी मैं तुहानू दस चुकी हाँ। सो द राइट आंसर इज ऑप्शन बी, वैरन हेस्टिंग्स, ठीक है। और फर्स्ट गवर्नर जनरल इंडिया का कौन बनया, लॉर्ड विलियम बेंटिक, लॉर्ड विलियम बेंटिक। और फर्स्ट वाइसरॉय जिहड़ा आ वो बनया कैनिंग, लॉर्ड कैनिंग, जिहड़ा रिवोल्ट ऑफ 1857 के टाइम ते गवर्नर जनरल सीगा, ठीक है। देन उस तो बाद आ गया हु इज नोन एज फादर ऑफ सिविल सर्विसेज इन इंडिया। भारत विच सिविल सेवावां दे पितामह वजों किसनूं जाणिया जांदा है, सो लॉर्ड कॉर्नवालिस नूं जाणिया जांदा है। राइट आंसर इज ऑप्शन ए। नेक्स्ट इज ड्यूरिंग हुज रूल जोनाथन डंकन स्टार्टेड संस्कृत कॉलेज एट बनारस इन 1791। सो जेकर तुहानूं 1791 ईयर याद होए, ठीक है, नाल तुहानूं कॉर्नवालिस कोड 1793 पता होवे ते तुसीं इत्थों अंदाजा लगा सकते हो कि ये आंसर इहदा की आएगा, लॉर्ड कॉर्नवालिस। सो लॉर्ड कॉर्नवालिस दे टाइम ते जोनाथन डंकन ने संस्कृत कॉलेज स्टार्ट किया सी बनारस दे विच 1791। नेक्स्ट है परमानेंट सेटलमेंट ऑफ बंगाल वाज ब्रॉट इनटू इफेक्ट बाय ईस्ट इंडिया कंपनी हेडेड बाय गवर्नर जनरल लॉर्ड कॉर्नवालिस इन। सो इसी तरह ही जिहड़ी परमानेंट सेटलमेंट बंगाल दी है ये 1793 दे विच लागू की लॉर्ड कॉर्नवालिस ने, ठीक है। नेक्स्ट है विच गवर्नर जनरल इंट्रोड्यूस सब्सिडरी अलायंस ऑफ सिस्टम, ठीक है, गठजोड़ दी सहायक प्रणाली जिहड़ी सीगी। सो वेरी वेरी इंपॉर्टेंट। सो सब्सिडरी अलायंस जिहड़ा सब्सिडरी ट्रीटी या सब्सिडरी सिस्टम ऑफ अलायंस दैट वाज इंट्रोड्यूस्ड बाय लॉर्ड वेलेस्ली। सो इहदा मेन मकसद की सीगा कि जिहड़ियां भारतीय रियासतां ने उन्हां नूं ब्रिटिश दे अंडर मिलाना। सो विच अमंग द फॉलोइंग वाज और वर द मेन ऑब्जेक्टिव्स ऑफ द सब्सिडरी अलायंस ट्रीटी। सो मेन ऑब्जेक्टिव्स की सीगे टू ब्रिंग प्रिंसली स्टेट्स इन इंडिया इनटू द एम्बिट ऑफ ब्रिटिश पैरामाउंसी। भारत विच रियासतां नूं ब्रिटिश सर्वउच्चता दे दायरे विच लियाउणा। दूसरा टू प्रोटेक्ट और सेव इंडिया फ्रॉम नेपोलियन एंड जार ऑफ रशिया। सो एक डर इन्हें जिहड़ा सी बिठाया सीगा रियासतां दे माइंड दे विच कि नेपोलियन जिहड़ा आ या रशिया का जिहड़ा जार आ वो किसी वेले भी जिहड़ा इंडिया के उत्ते अटैक कर सकता है अफगानिस्तान के थ्रू, ठीक है। इस करके जिहड़ा रियासतां नूं प्रोटेक्ट करना बड़ा जरूरी है। सो जिहदे करके इन्हें ट्रीटी लियांदी। सो दोवें ही स्टेटमेंट्स जिहड़ियां ने करेक्ट ने। नेक्स्ट इज हु वाज द फर्स्ट टू एंटर इनटू सब्सिडरी अलायंस ट्रीटी ऑफ द ब्रिटिश। तो सब तो पहला जिन्हें ट्रीटी साइन की, सो दैट वाज निजाम ऑफ हैदराबाद। बाकी ही सबने जिहड़ियां भी ऑप्शंस ने सबने की सीगी। टीपू सुल्तान ने, गायकवाड़ मराठास दे जिहड़े है, ठीक है, अवध ने भी की, लेकिन सब तो पहला जिहड़ी की सीगी दैट वाज निजाम ऑफ हैदराबाद।
नेक्स्ट है अबाउट whom it is said that when empires were falling before the might of Napoleon he kept the British flag high in India। so ਇਹ as it is statement ਜਿਹੜੀ ਹੈ UPSC ਮੇਨਸ ਦੇ ਵਿੱਚ ਵੀ ਪੁੱਛੀ ਗਈ ਸੀਗੀ, ਠੀਕ ਹੈ, ਕਿਹਦੇ ਬਾਰੇ ਕਿਹਾ ਜਾਂਦਾ ਹੈ, ਕਿਉਂ ਕਿਹਾ ਜਾਂਦਾ ਹੈ। ਸੋ ਕਿ ਜਦੋਂ ਸਾਮਰਾਜ ਨੈਪੋਲੀਅਨ ਦੀ ਤਾਕਤ ਅੱਗੇ ਡਿੱਗ ਰਹੇ ਸਨ ਤਾਂ ਉਸਨੇ ਭਾਰਤ ਵਿੱਚ ਬ੍ਰਿਟਿਸ਼ ਝੰਡੇ ਨੂੰ ਉੱਚਾ ਰੱਖਿਆ। ਸੋ that was none other than Lord Wellesley। next is identify correct about Treaty of Amritsar। so Treaty of Amritsar ਆਪਾਂ ਪੰਜਾਬ ਜੀਕੇ ਦੇ ਵਿੱਚ ਵੀ ਪੜ੍ਹਦੇ ਹਾਂ। ਸੋ ਉਹਦੇ ਵਿੱਚ ਬਹੁਤ ਇੰਪੋਰਟੈਂਟ ਪਾਰਟ ਆ ਹਿਸਟਰੀ ਦਾ, ਇੰਡੀਅਨ ਹਿਸਟਰੀ ਦਾ। ਸੋ ਇਹ ਟ੍ਰੀਟੀ ਜਿਹੜੀ ਕਨਕਲੂਡ ਹੋਈ ਸੀ ਇਹ 25 ਅਪ੍ਰੈਲ 1809 ਈਸਵੀ ਨੂੰ ਹੋਈ ਸੀ। ਐਂਡ ਇਹਨੂੰ ਫੇਮਸਲੀ ਆਪਾਂ ਜਿਹੜਾ ਆ ਮੈਟਕਾਫ ਦੀ ਸੰਧੀ, ਮੈਟਕਾਫ ਟ੍ਰੀਟੀ ਦੇ ਨਾਮ ਨਾਲ ਜਾਣਿਆ ਜਾਂਦਾ ਆ, ਕਿਉਂਕਿ ਇਹ ਟ੍ਰੀਟੀ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਤੇ ਮਿਸਟਰ ਸੀਟੀ ਮੈਟਕਾਫ ਨੇ ਸਾਈਨ ਕੀਤੀ ਸੀ। ਸੀਟੀ ਮੈਟਕਾਫ ਜਿਹੜਾ ਸੀਗਾ ਇਹ ਬ੍ਰਿਟਿਸ਼ ਗਵਰਨਮੈਂਟ ਦਾ ਏਜੰਟ ਸੀ ਜਿਹੜਾ ਉਸ ਟਾਈਮ ਦੇ ਗਵਰਨਰ ਜਨਰਲ ਲਾਰਡ ਮਿੰਟੋ ਨੇ ਭੇਜਿਆ ਸੀ, ਠੀਕ ਹੈ। ਸੋ ਇਹ ਟ੍ਰੀਟੀ ਜਦੋਂ ਸਾਈਨ ਹੋਈ ਹੈ ਉਸ ਟਾਈਮ ਗਵਰਨਰ ਜਨਰਲ ਜਿਹੜਾ ਸੀਗਾ ਲਾਰਡ ਮਿੰਟੋ ਸੀ। ਨੈਕਸਟ ਹੈ ਪਰਪੀਚੁਅਲ ਫਰੈਂਡਸ਼ਿਪ ਹੁੰਦੀ ਹੈ, ਸਦਾ ਲਈ ਜਿਹੜੀ ਫਰੈਂਡਸ਼ਿਪ ਹੁੰਦੀ ਹੈ ਸ਼ੈਲ ਸਬਸਿਸਟ ਬਿਟਵੀਨ ਬ੍ਰਿਟਿਸ਼ ਗਵਰਨਮੈਂਟ ਐਂਡ ਸਟੇਟ ਆਫ ਲਾਹੌਰ, ਰਾਈਟ। ਸੋ ਮਹਾਰਾਜਾ ਰਣਜੀਤ ਸਿੰਘ ਤੇ ਬ੍ਰਿਟਿਸ਼ ਗਵਰਨਮੈਂਟ ਦੇ ਵਿੱਚ ਹਮੇਸ਼ਾ ਲਈ ਸਦਾ ਰਹਿਣ ਵਾਲੀ ਜਿਹੜੀ ਫਰੈਂਡਸ਼ਿਪ ਹੈ ਰਹੇਗੀ। British government shall have no concern with the territories and subjects of Raja Ranjit Singh situated towards the north of river Satluj। so Satluj ਦੇ ਉੱਤਰ ਪਾਸੇ ਵੱਲ ਜੋ ਵੀ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਨੇ ਜਾਂ ਜੋ ਵੀ ਏਰੀਆਜ਼ ਨੇ, ਜੋ ਵੀ ਉਹਨਾਂ ਦਾ ਉੱਤੇ ਮਤਲਬ ਹੈ ਉਹਦੇ ਨਾਲ ਬ੍ਰਿਟਿਸ਼ ਸਰਕਾਰ ਨੂੰ ਕੋਈ ਵੀ ਸਰੋਕਾਰ ਨਹੀਂ ਹੋਏਗਾ। ਸੋ ਸਾਰੀਆਂ ਹੀ ਸਟੇਟਮੈਂਟਸ ਜਿਹੜੀਆਂ ਨੇ ਸਹੀ ਨੇ, ਰਾਈਟ। नेक्स्ट है आइडेंटिफाई करेक्ट क्वेश्चन नंबर 16 ड्यूरिंग लॉर्ड हेस्टिंग्स थॉमस मनरो एंड अलेक्जेंडर रीड स्टार्टेड रैयतवाड़ी। सो ये इसी तरह भी पूछ लेंगे वन लाइनर दे विच भी कि रैयतवाड़ी सिस्टम जिहड़ा है किस एरिया दे विच इंप्लीमेंट होया प्लस किन्ने इनू स्टार्ट कीता। सो और किदे टाइम ते होया। सो ये लॉर्ड हेस्टिंग्स दे टाइम ते थॉमस मनरो ते अलेक्जेंडर रीड ने स्टार्ट कीता सी रैयतवाड़ी सिस्टम, जिहदे विच जिहड़े ऑनरशिप राइट सीगे डायरैक्ट किसानां नूं दित्ते गए ते उन्हां तों जिहड़ी वसूली ब्रिटिश सरकार करदी सी। नैक्सट है हॉल्ट। बाकी दूसरा जिहड़ा महलवाड़ी सिस्टम है ये लॉर्ड विलियम बेंटिक दे टाइम दे दौरान इंप्लीमेंट होया और कित्थे होया, गंगा वैली एरिया, नॉर्थ वैसट प्रोविंसेस जिद्दां पंजाब दे विच भी यही सीगा, पार्ट्स ऑफ पंजाब साउथ ऑफ सतलुज रिवर एंड पार्ट्स ऑफ सेंट्रल इंडिया इन 1833, ठीक है, जिस टाइम लॉर्ड विलियम बेंटिक गवर्नर जनरल सी, राइट। सो उस टाइम ते महलवाड़ी सिस्टम जिहड़ा सीगा हॉल्ट मैकेंजी, रॉबर्ट मार्टिन बर्ड्स एंड एल्फिंस्टन ने स्टार्ट किया। इन्हां तिन्नां ने महलवाड़ी सिस्टम ਇਹਦੇ ਵਿੱਚ ਕੀ ਹੈ ਕਿ ਪੂਰੇ ਵਿਲੇਜ ਨੂੰ ਇੱਕ ਮਹਿਲ ਦੀ ਤਰ੍ਹਾਂ ਇੱਕ ਐਸਟੇਟ ਦੀ ਤਰ੍ਹਾਂ ਮੰਨਿਆ ਜਾਂਦਾ ਸੀ ਔਰ ਉਸ ਐਸਟੇਟ ਤੋਂ ਜਿਹੜਾ ਰੈਵਨਿਊ ਕਲੈਕਟ ਕੀਤਾ ਜਾਂਦਾ ਸੀ, ਠੀਕ ਹੈ ਜੀ। ਸੋ ਇਹ ਦੋਵੇਂ ਹੀ ਸਟੇਟਮੈਂਟਸ ਜਿਹੜੀਆਂ ਨੇ ਸਹੀ ਨੇ, ਸਹੀ ਪਛਾਣ ਕਰਨੀ ਹੈ, ਦੋਨੋਂ ਹੀ ਸਟੇਟਮੈਂਟਸ ਜਿਹੜੀਆਂ ਨੇ ਰਾਈਟ ਨੇ। नेक्स्ट है क्वेश्चन नंबर 17 हु एंटर्ड इनटू अ ट्रीटी ऑफ परपेचुअल पीस विद महाराजा रणजीत सिंह 1831, ठीक है। हुण इत्थे 1809 की गल हुंदी ते आपां लॉर्ड मिंटो कह सकदे सी, बट इत्थे 1831 की गल हुई है। सो द आंसर इज लॉर्ड विलियम बेंटिक जो उस टाइम ते गवर्नर जनरल सी, राइट। 1829 विच लॉर्ड विलियम बेंटिक ने सती सिस्टम दे अगेंस्ट जिहड़ा सती सिस्टम नूं सप्रेस कीता थ्रू अ रेजोल्यूशन, राइट। लॉ लिआंदा सीगा राजा राम मोहन रॉय की मदद के नाल। सो 1831 दे विच जिहड़ी ट्रीटी ऑफ परपेचुअल पीस साइन हुई है। नेक्स्ट है हु थ्रू अ रेगुलेशन इन 1829 डिक्लेयर्ड द प्रैक्टिस ऑफ सती और burning alive of widows illegal and punishable by the criminal courts as culpable homicide। सो 1829 ਵਿੱਚ ਇੱਕ ਨਿਯਮ ਦੁਆਰਾ ਵਿਧਵਾਵਾਂ ਨੂੰ ਸਾੜਨ ਜਾਂ ਦਫਨਾਉਣ ਦੀ ਪ੍ਰਥਾ ਨੂੰ ਗੈਰ ਕਾਨੂੰਨੀ ਤੇ ਫੌਜਦਾਰੀ ਅਦਾਲਤਾਂ ਦੁਆਰਾ ਸਜ਼ਾਯੋਗ ਕਤਲੇਆਮ ਦੇ ਤੌਰ ਤੇ ਕਿਸ ਨੇ ਘੋਸ਼ਿਤ ਕੀਤਾ ਸੀ। ਸੋ ਆਪਾਂ ਹੁਣੇ ਡਿਸਕਸ ਕੀਤਾ ਆ ਲਾਰਡ ਵਿਲੀਅਮ ਬੈਂਟਿਕ। ਨੈਕਸਟ ਹੈ क्वेश्चन नंबर 19 लॉर्ड विलियम बेंटिक पुट द ऑपरेशंस अगेंस्ट द ठग्स अंडर द चार्ज ऑफ। सो ठग बहुत ही तो ठग्स ऑफ हिंदुस्तान फिल्म देखी होएगी, ठीक है, वो इसी चीज के उत्ते बनी हुई है। सो मैं देखी नहीं है, वैसे मैं सुनिया है, मतलब वो जी बनी है वो इसे जो ब्रिटिश राज के टाइम ते बहुत सारे जिहड़े इदां मतलब हुंदे सीगे। सो उहदे विच बहुत घट्टो घट्ट 600-700 ठग्स नूं जिहड़ा इन्हां सप्रेस कीता सीगा और विद द हेल्प ऑफ कर्नल विलियम स्लीमैन, ठीक है जी। लॉर्ड विलियम बेंटिक ने कर्नल विलियम स्लीमैन, वेरी वेरी इंपॉर्टेंट।
नेक्स्ट है हु पास द प्रेस लॉ विच रिमूव्ड रिस्ट्रिक्शंस टू विच इंडियन प्रेस वाज सब्जेक्टेड, ठीक है, एंड हैंस वाज नोन एज लिबरेटर ऑफ प्रेस। प्रेस के मुक्तिदाता वजों किसनू जानिया जाता है, बहुत ही कॉमन क्वेश्चन है, लॉर्ड मिटकाफ। नेक्स्ट है क्वेश्चन नंबर 21, which was the first Indian state to be annexed under British Empire by doctrine of lapse of Lord Dalhousie, कि जिदा कोई हेयर नहीं होगा लीगल हेयर, ओदी जेडी प्रॉपर्टी है वो अपने आप ब्रिटिश राज दे अंडर आ जाऊगी। सो ये जेडी फर्स्ट स्टेट बनी सी केड़ी बनी सी, सो द राइट आंसर इज ऑप्शन बी 17। नेक्स्ट है इन विच ईयर पंजाब वाज annexed to British Empire, so Punjab was annexed in after the death of Maharaja Ranjit Singh in 1849। नेक्स्ट है आइडेंटिफाई करेक्ट मैच पेयर। सो ये रिवोल्ट ऑफ 1857 ਦੇ ਰਿਲੇਟਡ ਜਿਹੜੇ ਕੁਐਸਚਨ ਹੈਗੇ ਆ। ਸੋ ਇਹਦੇ ਵਿੱਚ ਆਪਾਂ ਪਲੇਸ ਆਫ ਰਿਵੋਲਟ ਸਾਨੂੰ ਦਿੱਤੀ ਹੋਈ ਹੈ, ਉੱਥੇ ਲੀਡਰ ਕਿਹੜਾ ਸੀ ਤੇ ਬ੍ਰਿਟਿਸ਼ ਅਫੀਸ਼ੀਅਲ ਕਿਹੜਾ ਸੀ, ਉਹਦਾ ਇੱਕ ਮੈਚ ਦਿੱਤਾ ਹੋਇਆ ਹੈ ਜਿਹੜਾ ਕਿ ਆਪਾਂ ਆਇਡੈਂਟੀਫਾਈ ਕਰਨਾ ਹੈ, ਚੋ ਕਰੈਕਟ ਕਿਹੜਾ ਆ। ਫਸਟ ਹੈ ਕਾਨਪੁਰ ਦੇ ਵਿੱਚ ਨਾਨਾ ਸਾਹਿਬ ਤੇ ਤਾਂਤਿਆ ਤੋਂ ਤੇ ਬ੍ਰਿਟਿਸ਼ ਅਫੀਸ਼ੀਅਲ ਹੈਗੇ ਸੀ ਹੈਵਲੌਕ ਐਂਡ ਸਰ ਕੋਲਿਨ ਕੈਂਪਬੈਲ। ਜਗਦੀਸ਼ਪੁਰ ਦੇ ਵਿੱਚ ਕੰਵਰ ਸਿੱਖ ਜਿਨ੍ਹਾਂ ਨੂੰ ਓਲਡੈਸਟ ਰੈਵੋਲੂਸ਼ਨਰੀ ਵੀ ਕਿਹਾ ਜਾਂਦਾ ਆ, ਐਂਡ ਅਮਰ ਸਿੰਘ ਤੇ ਜਿਹੜਾ ਬ੍ਰਿਟਿਸ਼ ਅਫੀਸ਼ੀਅਲ ਸੀਗਾ ਉਹ ਸੀਗਾ ਵਿਲੀਅਮ ਟੇਲਰ। ਲਖਨਊ ਦੇ ਵਿੱਚ ਬੇਗਮ ਹਜ਼ਰਤ ਮਹਿਲ ਸੀ ਔਰ ਜਿਹੜਾ ਬ੍ਰਿਟਿਸ਼ ਅਫੀਸ਼ੀਅਲ ਸੀ ਸਰ ਕੋਲਿਨ ਕੈਂਪਬੈਲ। ਝਾਂਸੀ ਦੇ ਵਿੱਚ ਰਾਣੀ ਲక్ష్ਮੀ ਬਾਈ ਤੇ ਸਰ ਹਿਊਗ ਰੋਜ਼। ਸੋ ਇਹਦੇ ਵਿੱਚ ਆਪਾਂ ਕਰੈਕਟ ਮੈਚ ਪੇਅਰ ਜਿਹੜਾ ਫਾਈਂਡ ਕਰਨਾ ਹੈ। ਸੋ ਸਾਰੇ ਹੀ ਮੈਚ ਜਿਹੜੇ ਨੇ ਕਰੈਕਟ ਨੇ, ਸੋ ਦਾ ਆਂਸਰ ਇਜ਼ ਡੀ। Next is who among the following was oldest revolutionary of revolt of 1857। so ਹੁਣੇ ਹੀ ਆਪਾਂ ਗੱਲ ਕੀਤੀ PCS 2018 ਦੇ ਵਿੱਚ ਇਹ ਕੁਐਸਚਨ ਪੁੱਛਿਆ ਵੀ ਗਿਆ ਸੀਗਾ। so the answer is ਕੁੰਵਰ ਸਿੰਘ from ਜਗਦੀਸ਼ਪੁਰ ਬਿਹਾਰ। next ਹੈ during the 1857 mutiny who among the following was governor general of India। ਸੋ ਉਸ ਟਾਈਮ ਤੇ ਲਾਰਡ ਕੈਨਿੰਗ ਜਿਹੜਾ ਸੀਗਾ ਰਿਵੋਲਟ ਆਫ 1857 ਦੇ ਟਾਈਮ ਤੇ ਗਵਰਨਰ ਜਨਰਲ ਸੀਗਾ ਲਾਰਡ ਕੈਨਿੰਗ, ਠੀਕ ਹੈ। ਔਰ ਇਹੀ ਬਾਅਦ ਜਦੋਂ 1858 ਐਕਟ ਆਇਆ ਆ ਉਹਦੇ ਤਹਿਤ ਪਹਿਲਾ ਜਿਹੜਾ ਵਾਇਸਰॉय ਨਿਯੁਕਤ ਹੋਇਆ ਲਾਰਡ ਕੈਨਿੰਗ ਹੋਇਆ, ਰਾਈਟ। 1858 ਦੇ ਵਿੱਚ 1857 ਦੇ ਰਿਵੋਲਟ ਤੋਂ ਬਾਅਦ 1858 ਦਾ ਐਕਟ ਆਇਆ ਸੀ। ਨੈਕਸਟ ਹੈ ਦ ਫਰਸਟ ਇਵੈਂਟ ਰਿਲੇਟਡ ਟੂ ਦ ਵਾਰ ਆਫ ਇੰਡੀਪੈਂਡੈਂਸ। ਇਹਨਾਂ ਦੇ ਵਿੱਚੋਂ ਸਭ ਤੋਂ ਜਿਹੜਾ ਪਹਿਲਾ ਇਵੈਂਟ ਹੈ ਉਹ ਕਿਹੜਾ ਹੈ, ਕਾਨਪੁਰ ਰਿਵੋਲਟ ਐਂਡ ਟੇਕਿੰਗ ਓਵਰ ਦ ਲੀਡਰਸ਼ਿਪ ਬਾਈ ਨਾਨਾ ਸਾਹਿਬ, ਬੇਗਮ ਹਜ਼ਰਤ ਮਹਿਲ's ਲੀਡਰਸ਼ਿਪ ਆਫ ਅਵਧ, ਮਾਰਚਿੰਗ ਆਫ ਸਿਪਾਹੀਜ਼ ਟੂ ਦਿੱਲੀਜ਼ ਰੈਡ ਫੋਰਟ ਐਂਡ ਰਿਵੋਲਟ ਬਾਈ ਰਾਣੀ ਆਫ ਝਾਂਸੀ। ਸੋ ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਹੋਇਆ ਸੀਗਾ ਇਵੈਂਟ ਉਹ ਸੀਗਾ ਕਿ ਸਿਪਾਹੀਆਂ ਦਾ ਦਿੱਲੀ ਦੇ ਲਾਲ ਕਿਲੇ ਵੱਲ ਮਾਰਚ ਕਰਨਾ, ਠੀਕ ਹੈ। ਰਾਈਟ ਆਂਸਰ ਇਜ਼ ਆਪਸ਼ਨ ਸੀ। ਬੇਸਿਕਲੀ 1857 ਦੇ ਰਿਵੋਲਟ ਦੇ ਵਿੱਚ ਮੇਨ ਲੋਕ ਸਾਡੇ ਚਾਹੁੰਦੇ ਕੀ ਸੀ ਕਿ ਜੋ ਪੁਰਾਣਾ ਮੁਗਲ ਰਾਜ ਸੀ ਉਹਦੇ ਨਾਲ ਉਹ ਸੰਤੁਸ਼ਟ ਸੀ ਕਿ ਉਹੀ ਰਾਜ ਦੁਬਾਰਾ ਲਿਆਉਣਾ ਚਾਹੀਦਾ ਆ, ਠੀਕ ਹੈ। ਉਹਨਾਂ ਨੂੰ ਬ੍ਰਿਟਿਸ਼ਰਸ ਦਾ ਜਿਹੜਾ ਸੀਗਾ ਪਸੰਦ ਨਹੀਂ ਸੀ ਸਿਸਟਮ, ਉਹਨਾਂ ਦੇ ਕਲਚਰ ਦੇ ਵਿੱਚ ਉਹ ਉਹਨਾਂ ਨੂੰ ਲੱਗਦਾ ਸੀਗਾ ਇੰਟਰੂਜਨ ਆ ਇੱਕ ਤਰ੍ਹਾਂ ਦੀ। ਨੈਕਸਟ ਹੈ ਸਿੰਬਲ ਆਫ 1857 ਇੰਡੀਪੈਂਡੈਂਸ ਸਟਰਗਲ। ਸੋ ਸਿੰਬਲ ਕੀ ਸੀਗਾ 1857 ਦਾ, ਲੋਟਸ ਤੇ ਚਪਾਤੀਸ। ਲੋਟਸ ਜਿਹੜਾ ਸੀਗਾ ਇਹ ਤੁਹਾਡੇ ਪੋਲੀਟੀਕਲ ਫਰੀडम ਨੂੰ ਰਿਪਰੈਜ਼ੈਂਟ ਕਰਦਾ, ਠੀਕ ਹੈ, ਲੋਟਸ ਜਿਹੜਾ ਆ। ਔਰ ਚਪਾਤੀਸ ਜਿਹੜੀਆਂ ਨੇ ਇਹ ਤੁਹਾਡੀਆਂ ਇਕਨੋਮਿਕ ਫਰੀडम ਨੂੰ ਰਿਪਰੈਜ਼ੈਂਟ ਕਰਦੀਆਂ ਚਪਾਤੀਸ, ਠੀਕ ਹੈ। ਸੋ that was why ਜਿਹੜੇ ਲੋਟਸ ਤੇ ਚਪਾਤੀ ਹੈ ਉਹਨਾਂ ਨੂੰ ਐਜ਼ ਅ ਸਿੰਬਲ ਲਿਆ ਗਿਆ ਰਿਵੋਲਟ ਆਫ 1857 ਦੇ ਸਟਰਗਲ ਦਾ। Next is the birthplace of Maharani Lakshmi Bai, the heroine of 1857 freedom struggle is। So ਜਿਹੜੀ ਰਾਣੀ ਲక్ష్ਮੀ ਬਾਈ ਹੈ ਉਹਨਾਂ ਦਾ ਜਿਹੜਾ birthplace ਸੀਗਾ that was ਵਾਰਾਣਸੀ। Next is who among the following was the leader of revolt of 1857 at Bareilly। So ਬਰੇਲੀ ਦੇ ਵਿੱਚ ਜਿਹੜੇ ਲੀਡਰ ਸੀਗੇ ਰਿਵੋਲਟ ਆਫ 1857 ਦੇ ਉਹ ਸੀਗੇ ਖਾਨ ਬਹਾਦਰ। ਸਾਰੇ ਜਿਹੜੇ ਪਲੇਸਿਸ ਦੇ ਲੀਡਰ ਹੈ ਬਹੁਤ ਇੰਪੋਰਟੈਂਟ ਨੇ, ਠੀਕ ਹੈ। ਨੈਕਸਟ ਹੈ which one of the following commission is associated with the army reorganization after suppression of revolt of 1857। ਦੇਖੋ ਜਿਹੜੀ ਬ੍ਰਿਟਿਸ਼ ਸਰਕਾਰ ਸੀ ਨਾ ਉਹ ਸੋਚਦੀ ਸੀਗੀ ਕਿ ਆਰਮੀ ਦੀ, ਕਿਉਂਕਿ ਮੰਗਲ ਪਾਂਡੇ ਦੇ ਕਾਰਨ, ਠੀਕ ਹੈ, ਔਰ ਆਰਮੀ ਦੇ ਵਿੱਚ ਹੀ ਸਭ ਤੋਂ ਪਹਿਲਾਂ ਰਿਵੋਲਟ ਜਿਹੜਾ ਆ ਉੱਠਿਆ ਆ, ਭਾਵੇਂ ਆਲਦੋ ਕਿ ਰੀਜ਼ਨ ਉਹਦੇ ਇਕਨੋਮਿਕ ਵੀ ਸੀਗੇ, ਸੋਸ਼ਲ ਵੀ ਸੀਗੇ, ਬਹੁਤ ਸਾਰੇ ਰੀਜ਼ਨ ਸੀਗੇ, ਲੇਕਿਨ ਇਮੀਡੀਏਟ ਜਿਹੜਾ ਰੀਜ਼ਨ ਹੈ ਤੁਹਾਨੂੰ ਪਤਾ ਆਰਮੀ ਨੂੰ ਹੀ ਮੰਨਿਆ ਜਾਂਦਾ ਡਿਊ ਟੂ ਦਾ ਯੂਸੇਜ ਆਫ ਗ੍ਰੀਸਡ ਕਾਰਟੇजेस, ਰਾਈਟ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਆਰਮੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਆ ਉਹ ਲਿਆਓ ਰਿਫਾਰਮਸ ਲਿਆਓ, ਕਿ ਆਰਮੀ ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਉਹਨਾਂ ਨੂੰ ਇੱਕ ਦੂਸਰੇ ਦੇ ਇੰਨੇ ਏਲੀਅਨਸ ਮਤਲਬ ਬਣਾ ਦਿਓ ਕਿ ਉਹ ਅੱਗੇ ਤੋਂ ਕੋਈ ਇਦਾਂ ਦਾ ਸਟੈਪ ਲੈ ਹੀ ਨਾ ਸਕਣ, ਰਾਈਟ।
सो ਇਹਦਾ ਆਨਸਰ ਆਏਗਾ ਪੀਲ ਕਮਿਸ਼ਨ, ਆਪਸ਼ਨ ਬੀ, ਪੀਲ ਕਮਿਸ਼ਨ ਜਿਹੜਾ ਗਠਿਤ ਕੀਤਾ ਗਿਆ ਸੀ ਇਹਦੇ ਲਈ। ਨੈਕਸਟ ਹੈ Lord Canning made which place as emergency headquarters? So Lord Canning ने ਜਿਹੜਾ ਆਪਣੇ emergency headquarters ਬਣਾਏ ਸੀ during the revolt of 1857 ਉਹ ਬਣਾਏ ਸੀ ਇਲਾਹਾਬਾਦ ਦੇ ਵਿੱਚ। So the answer is B. Next है last question is who was the British Prime Minister during the revolt of 1857? So Governor General ਸੀ Viceroy and ਜਿਹੜਾ Prime Minister ਸੀਗਾ that was Palmerston. Right answer is option A. ठीक है, सो नैक्सट वीक जो हिस्ट्री के MCQs होंगे वो मैं सिलेबस ऑलरेडी टैलीग्राम के शेयर किया, तुसीं उत्थों देख सकते हो। सो दैट वाज ऑल फॉर टुडे, थैंक यू वेरी मच।